डेंसिटी ऑफ इलेक्ट्रॉन्स इन दी कंडक्शन बैंड एंड डेंसिटी ऑफ होल्स इन दी वैलेंस बैंड। सो ਉਹਦੀ ਰਿਗਾਰਡਿੰਗ ਗੱਲ ਕਰਾਂਗੇ। ਸੋ ਆਪਣੇ ਕੋਲ ਪਹਿਲੇ ਐਕਸਪ੍ਰੈਸ਼ਨ ਆਲਰੇਡੀ ਬਣੇ ਹੋਏ ਆ, ਉਹਦੇ ਵਿੱਚ ਆਪਾਂ ਸਿਰਫ ਤੇ ਸਿਰਫ ਉਹਦੇ ਵਿੱਚ ਫਰਮੀ ਲੈਵਲ ਐਂਡ ਕੰਡਕਸ਼ਨ ਬੈਂਡ ਦਾ એનર્ਜੀ ਡਿਫਰੈਂਸ ਵਗੈਰਾ ਫੀਡ ਕਰਨਾ ਹੈ। ਸੋ ਉਹਨੂੰ ਆਪਾਂ ਯੂਜ਼ ਕਰਾਂਗੇ। ਸੋ ਆਪਣੇ ਕੋਲ ਇੱਥੇ ਵੀ ਵੈਲਿਊਜ਼ ਵਗੈਰਾ ਦਿੱਤੀਆਂ ਹੋਈਆਂ, ਤੁਹਾਡੇ ਕੋਲ ਫਰਮੀ ਲੈਵਲ ਆਪਾਂ ਲਾਸਟ ਟਾਈਮ ਫਾਈਂਡ ਆਊਟ ਕੀਤਾ ਹੋਇਆ। ਸੋ ਇੱਥੇ ਆਪਣੇ ਕੋਲ ਕੁਐਸਚਨ ਨੰਬਰ ਦਿੱਤਾ ਹੋਇਆ ਬੇਟਾ, ਉਹਦੇ ਕੋਰਸਪੋਂਡਿੰਗ ਆਪਾਂ ਕੀ ਕੀਤਾ ਹੈ, ਜਿਹੜੀ ਵਾਲੀ ਕੁਐਸਚਨ ਹੈ E of F ਦੇ ਉਹਦੇ ਕੋਰਸਪੋਂਡਿੰਗ ਆਪਾਂ ਇਹਦੇ ਵਿੱਚੋਂ ਬੋਥ ਸਾਈਡ ਦੇ ਉੱਪਰੋਂ EFC ਮਾਈਨਸ ਕਰਾਂਗੇ। ਸੋ ਉਹਦੇ ਕੋਰਸਪੋਂਡਿੰਗ ਆਪਣੇ ਕੋਲ ਇੱਕ ਰਿਜ਼ਲਟ ਬਣੇਗਾ, ਦੈਟ ਵਿਲ ਬੀ ਗਿਵਨ ਬਾਈ ਦਿਸ ਇਕੁਏਸ਼ਨ। ਉਸ ਤੋਂ ਬਾਅਦ ਆਪਾਂ ਕੀ ਕਰਾਂਗੇ ਬੇਟਾ, ਆਪਣੇ ਕੋਲ ਅਲਟੀਮੇਟਲੀ ਜਿਹੜਾ ਵੈਲਿਊ ਲਿਖੀ ਹੋਈ ਹੈ बैलेंस बैंड ने कंडक्शन बैंड का जो एनर्जी डिफरेंस होएगा इट विल बी कॉल्ड बैंड गैप। सो अपन ऑलरेडी पता है बेटा बैंड गैप की होएगा, अल्टीमेटली बैलेंस बैंड के टॉप एज तो लैके कंडक्शन बैंड के बॉटम एज के ऊपर जो डिस्टेंस होएगा एनर्जी का दैट विल बी कॉल्ड बैंड गैप। ठीक है जी। हुण कंडक्शन बैंड की एनर्जी ज़्यादा होती है बेटा, बैलेंस बैंड की एनर्जी घट होती है, इस करके लेटर टर्म विल बी ग्रेटर इन मैग्नीट्यूड एज कंपेयर टू फर्स्ट टर्म, इस करके अपने को नेगेटिव साइन आएगा। ठीक है, बाकी सारा पार्ट एज सच। तो उस तो बाद आप चेक कर सकते बेटा अल्टीमेटली इसे गलत लिखा है EF माइनस EC आएगा, ये डिवाइडेड बाय आप की किया है बेटा KT कर देना है, वो सारे KT के नाल डिवाइड कर दो। अल्टीमेटली लेफ्ट हैंड साइड के ऊपर KT, राइट हैंड साइड के ऊपर भी KT नाल डिवाइड हो जाएगा, तो आपका फैक्टर बन जाएगा। सो ये वाला फैक्टर अपन ਨੂੰ ਚਾਹੀਦਾ ਸੀ EF माइनस EC डिवाइडेड बाय KT वाला। सो ये वाली करेक्शन जरूर कर लो। ठीक है, तो उस तो बाद अपने को की एक्सप्रेशन ऑलरेडी दिता होया सी, मैं ਤੁਹਾਨੂੰ ਪਹਿਲੇ ਦੱਸਿਆ ਸੀਗਾ ਕੰਡਕਸ਼ਨ ਬੈਂਡ ਦੇ ਵਿੱਚ ਨੰਬਰ ਆਫ ਇਲੈਕਟ੍ਰੋਨਸ ਕਿੰਨੇ ਹੋਣਗੇ, दैट विल बी गिवन बाय 2 * 2 बाई mkt डिवाइडेड बाय h स्क्वायर रेज़ टू पावर 3/2 m ਕਿਹੜਾ ਹੈ m ਤੁਹਾਡਾ ਰਿਡਿਊਸਡ ਮਾਸ ਹੈ। ਉਸ ਤੋਂ ਬਾਅਦ ਐਕਸਪੋਨੈਂਸ਼ੀਅਲ ਕੀ ਹੈ, ਐਕਸਪੋਨੈਂਸ਼ੀਅਲ ਜਿਹੜਾ ਫੈਕਟਰ ਸੀ EF EC डिवाइडेड बाय KT ਦੇ ਬਰਾਬਰ ਸੀਗਾ। ਸੋ ਇਹਨੂੰ ਆਪਾਂ ਐਸਾ ਜਿੱਥੇ ਫੀਡ ਕਰਾਂਗੇ, ਅਲਟੀਮੇਟਲੀ ਆਪਣੇ ਕੋਲ ਰਿਜ਼ਲਟ ਜਿਹੜਾ ਹੈ ਇਸ ਫਾਰਮ ਦੇ ਵਿੱਚ ਆ ਜਾਏਗਾ। उस तो बाद बेटा की हो गया अपने को अल्टीमेटली अपने को जी चीज़ा बदल गई, अपने को दो फैक्टर दिते हुए एक्सपोनेंशियल ऑफ A प्लस B लिखा हुआ है, इसमें आप किस तरह रिजॉल्व कर सकते हैं, वी कैन रिजॉल्व दिस थिंग बाय एक्सपोनेंशियल A इनटू एक्सपोनेंशियल B। उस तो बाद अपने को अल्टीमेटली आ जाता है माइनस EG बाय 2 KT अपने को सेपरेट आउट हो गया, एक्सपोनेंशियल लॉग ऑफ उस तो बाद अपने को की है m इनटू लॉग ऑफ A ਉਹਦੇ ਕੋਰਸਪੋਂਡਿੰਗ ਕੀ ਹੋ ਜਾਏਗਾ log of A रेज़ टू पावर m। ਸੋ ਜਿਹੜਾ ਫਰੰਟ ਦੇ ਫੈਕਟਰ ਦਿੱਤਾ ਹੋਇਆ ਇਹ रेज़ टू पावर ਦੇ ਸਬਜੈਕਟ ਚੱਲ ਜਾਏਗਾ, ਇਸ ਕਰਕੇ ਇਹਨੂੰ m of h डिवाइडेड बाय m of E रेज़ टू पावर 3/4 ਦੇ ਕੋਰਸਪੋਂਡਿੰਗ ਆਪਣੇ ਕੋਲ ਰਿਜ਼ਲਟ ਆ ਜਾਏਗਾ। ਠੀਕ ਹੈ ਜੀ। ਸੋ ਅਲਟੀਮੇਟਲੀ ਆਪਣੇ ਕੋਲ ਇਸ ਤਰ੍ਹਾਂ ਦਾ ਫੈਕਟਰ ਬਚ ਜਾਏਗਾ। ਸੋ ਉਸ ਤੋਂ ਬਾਅਦ ਕੀ ਐਕਸਪੋਨੈਂਸ਼ੀਅਲ ਇਨਟੂ log ਜਿਹੜਾ ਹੁੰਦਾ ਹੈ ਇਹ ਕੈਂਸਲ ਹੋ ਜਾਂਦੇ ਹੁੰਦੇ ਆ, ਸੋ ਉਸ ਤਰ੍ਹਾਂ ਦੇ ਫੈਕਟਰ ਆਪਣੇ ਕੋਲ ਆਣਗੇ। तो उन्होंने ਉਹਦੇ ਕੋਰਸਪੋਂਡਿੰਗ ਆਪਣੇ ਕੋਲ ਜਿਹੜਾ ਰਿਜ਼ਲਟ ਬਚੇਗਾ ਸਿੰਪਲ ਰਿਜ਼ਲਟ ਬਚਦਾ ਹੈ। ਅਲਟੀਮੇਟਲੀ ਇਹ ਵਾਲਾ ਐਕਸਪ੍ਰੈਸ਼ਨ ਐਸ ਚ ਆ ਜਾਏਗਾ। ਸੋ ਆਪਣੇ ਕੋਲ ਜਿਹੜਾ ਦਿੱਤਾ ਹੈ ਇਹ ਵਾਲਾ ਗਲਤ ਦਿੱਤਾ ਬੇਟਾ, ਇਸ ਐਕਸਪੋਨੈਂਸ਼ੀਅਲ ਕੋਈ ਫੈਕਟਰ ਨਹੀਂ ਆਏਗਾ ਐਸ ਸੱਚ। ਸੋ ਇਹ ਐਕਸਪੋਨੈਂਸ਼ੀਅਲ ਤੁਸੀਂ ਕੈਂਸਲ ਆਊਟ ਕਰ ਦਿਓ। ਸੋ ਇਹਨੂੰ ਕਲੀਅਰ ਆਊਟ ਕਰ ਲਿਓ, ਇਹਦੇ ਵਿੱਚ ਗਲਤੀਆਂ ਕਾਫੀ ਦਿੱਤੀਆਂ ਹੋਈਆਂ। ਠੀਕ ਹੈ ਜੀ। ਸੋ ਕੰਡਕਸ਼ਨ ਬੈਂਡ ਦੇ ਵਿੱਚ ਜਿਹੜੇ ਇਲੈਕਟ੍ਰੋਨਸ ਦੀ ਕਨਸੈਂਟ੍ਰੇਸ਼ਨ ਹੋਏਗੀ ਇਟ ਵਿਲ ਬੀ ਗਿਵਨ ਬਾय 2 ਪਾਈ KT रेज़ टू पावर 3/2 इनटू h स्क्वायर मास ऑफ होल्स reduced mass of holes and reduced mass of electron into exponential minus EG by 2 KT के corresponding अपने को रिजल्ट आ जाएंगे। सिमिलर फंडा होएगा नंबर डेंसिटी ऑफ होल्स इन दी वैलेंस बैंड, बिकॉज़ इलेक्ट्रॉन ਜਿਹੜੀ ਹੋਣਗੇ ਵੈਲੈਂਸ ਬੈਂਡ ਦੇ ਵਿੱਚ ਜਗ੍ਹਾ ਕੇ ਬਜਾਏ ਕਿਤੇ ਵੀ ਸ਼ਿਫਟ ਹੋਣਗੇ ਕੰਡਕਸ਼ਨ ਦੇ ਲਈ ਕੰਡਕਸ਼ਨ ਬੈਂਡ ਦੇ ਵਿੱਚ, ਐਂਡ ਹੋਲ ਕ੍ਰੀਏਟ ਕਿਤੇ ਹੋਏਗਾ ਬੇਟਾ ਆਪਣੇ ਕੋਲ ਵੈਲੈਂਸ ਬੈਂਡ ਦੇ ਵਿੱਚ, ਇਸ ਕਰਕੇ ਆਪਣੇ ਕੋਲ ਜਿਹੜਾ ਰਿਜ਼ਲਟ ਹੈ ਉਹਦੇ ਅਕੋਰਡਿੰਗ ਬਣਨਗੇ। ਸੋ ਨੰਬਰ ਆਫ ਇਲੈਕਟ੍ਰॉन्स ਆਪਣੇ ਦੀ ਕੰਡਕਸ਼ਨ ਬੈਂਡ ਆਪਾਂ ਫਾਈਂਡ ਆਊਟ ਕਰ ਲਿਆ। ਉਸ ਤੋਂ ਬਾਅਦ ਨੰਬਰ ਆਫ ਇਲੈਕਟ੍ਰॉन्स ਨੰਬਰ ਆਫ ਹੋਲਸ ਇਨ ਦੀ ਵੈਲੈਂਸ ਬੈਂਡ ਆਪਾਂ ਫਾਈਂਡ ਆਊਟ ਕਰਨ ਦੀ ਗੱਲ ਕਰਾਂਗੇ। n of h ਜਿਹੜਾ ਹੈ ਉਹ ਵੀ ਆਪਣੇ ਸਿਮਿਲਰ ਜਿਸ ਤਰ੍ਹਾਂ ਆਪਾਂ ਪਹਿਲਾਂ ਫਾਈਂਡ ਆਊਟ ਕੀਤਾ ਹੈ, ਆਪਣੇ ਕੋਲ ਫਰਮੀ ਲੈਵਲ ਦਿੱਤਾ ਹੈ, ਉਹਦੇ ਕੋਰਸਪੋਂਡਿੰਗ ਆਪਾਂ E of V ਦੇ ਨਾਲ ਉਹਨੂੰ ਮਾਈਨਸ ਕਰਕੇ ਅਲਟੀਮੇਟਲੀ ਉਹਦੇ ਡਿਵਾਈਡ ਬਾਈ KT ਦਾ ਰਿਜ਼ਲਟ ਬਣਾਵਾਂਗੇ। ਉਹਦੀ ਬੈਕ ਵੈਲਿਊ ਨੂੰ ਫੀਡ ਕੀਤਾ ਜਾਏਗਾ, ਉਹਦੇ ਵਿੱਚ ਐਕਸਪੋਨੈਂਸ਼ੀਅਲ ਫੈਕਟਰ ਜਿਹੜੇ ਹੈਗੇ ਉਹਨਾਂ ਨੂੰ ਸੈਪਰੇਟ ਆਊਟ ਕਰਾਂਗੇ, ਐਂਡ ਅਲਟੀਮੇਟਲੀ ਆਪਣੇ ਕੋਲ ਜਦੋਂ ਇਹਨਾਂ ਨੂੰ ਮਲਟੀਪਲਾਈ ਕੀਤਾ ਜਾਏਗਾ, ਇੱਥੇ ਵੀ ਤੁਹਾਡੇ ਕੋਲ ਹੈ ਹੋਲਸ ਦਾ ਫੈਕਟਰ ਪਿਆ ਹੋਇਆ, ਇੱਥੇ ਵੀ ਹੋਲਸ ਦਾ ਫੈਕਟਰ ਹੈ, ਉਹਨਾਂ ਨੂੰ ਐਡ ਅਪ ਕਰਨਾ ਪਏਗਾ, ਬਿਕੋਜ਼ अगर ਤੁਹਾਡਾ ਬੇਸ ਸੇਮ ਹੈ ਤਾਂ ਪਾਵਰ ਦੀ ਜਿਹੜੀ ਹੁੰਦੀ ਹੈ ਐਡ ਹੋ ਜਾਂਦੀ ਹੈ। ਸੋ mh ਦੀ ਪਾਵਰ ਅਗਰ 3/2 ਹੈ ਤੇ mh ਦੀ ਪਾਵਰ -3/4 ਹੈ ਤਾਂ ਅਲਟੀਮੇਟਲੀ 3/2 + 3/4 -3/4 ਹੋ ਜਾਏਗਾ, ਪਾਵਰ ਸਾਰੀ ਐਡ ਅਪ ਹੋ ਜਾਂਦੀ ਹੈ। ਸੋ ਅਲਟੀਮੇਟਲੀ ਆਪਣੇ ਕੋਲ ਇਹ ਵਾਲਾ ਐਕਸਪ੍ਰੈਸ਼ਨ ਮਿਲ ਜਾਂਦਾ ਹੈ। ਸੋ ਸਿੰਪਲ ਮੈਥਮੈਟਿਕਸ ਹੈ, ਜ਼ਿਆਦਾ ਕੋਈ ਹਾਰਡ ਐਂਡ ਫਾਸਟ ਵਾਲਾ ਕੰਮ ਨਹੀਂ ਹੈ ਇਹਦੇ ਵਿੱਚ। So from equations 2.18 and 2.20 ਜਿਹੜੀ ਆਪਾਂ ਹੁਣੇ ਫਾਈਂਡ ਆਊਟ ਕੀਤੀਆਂ ਨੰਬਰ ਡੈਂਸਿਟੀ ਆਫ ਹੋਲਸ ਐਂਡ ਨੰਬਰ ਡੈਂਸਿਟੀ ਆਫ ਇਲੈਕਟ੍ਰॉन्स, ਆਪਾਂ ਨੂੰ ਇਹ ਪਤਾ ਲੱਗਦਾ ਹੈ ਕਿ ਤੁਸੀਂ ਦੋਨਾਂ ਨੂੰ ਸਾਈਮਲਟੇਨੀਅਸਲੀ ਦੇਖੋਗੇ ਤਾਂ ਦੇ ਵਿਲ ਟਰਨ ਆਊਟ ਟੂ ਬੀ ਸੇਮ।
मतलब की है अगर इंट्रिंसिक सैमीकंडक्टर है तो ਉਹਦੇ ਵਿੱਚ ਜਿੰਨੇ ਹੀ ਇਲੈਕਟ੍ਰੋਨਸ ਹੋਣਗੇ ਉਨੇ ਹੀ ਤੁਹਾਡੇ ਕੋਲ ਹੋਲਸ ਕ੍ਰੀਏਟ ਹੋਣਗੇ ਬਿਕੋਜ਼ ਇਲੈਕਟ੍ਰੋਨ ਕੀ ਹੈ ਇਲੈਕਟ੍ਰੋਨ ਤੁਹਾਡਾ ਜਿਹੜਾ ਜਦੋਂ ਆਪਣੇ ਕੋਲ ਵੈਲੈਂਸ ਜਿਹੜਾ ਤੁਹਾਡੇ ਕੋਲ ਕੈਮੀਕਲ ਬੌਂਡ ਜਿਹੜਾ ਬਣਿਆ ਹੋਇਆ ਉਹ ਬੌਂਡ ਦੇ ਵਿੱਚੋਂ ਬਾਹਰ ਆ ਜਾਂਦਾ ਹੈ ਅਲਟੀਮੇਟਲੀ ਉਹੀ ਹੈ ਤੁਹਾਡਾ ਜਿਹੜਾ ਜਿਹੜੀ ਖਾਲੀ ਜਗ੍ਹਾ ਰਹਿ ਗਈ ਉਸ ਨੂੰ ਆਪਾਂ ਹੋਲ ਬੋਲਦੇ ਹਾਂ ਠੀਕ ਹੈ ਜੀ ਸੋ ਜਿਹੜਾ ਇਲੈਕਟ੍ਰੋਨ ਜਿੰਨੇ ਇਲੈਕਟ੍ਰੋਨ ਕ੍ਰੀਏਟ ਹੋਣਗੇ ਉਹਦੀ ਕੋਰਸਪੋਂਡਿੰਗ ਉਨੇ ਹੀ ਹੋਲਸ ਕ੍ਰੀਏਟ ਹੋਣਗੇ ਸੋ ਇਲੈਕਟ੍ਰੋਨ ਹੋਲ ਪੇਅਰ ਦੀ ਕੋਰਸਪੋਂਡਿੰਗ ਇਹ ਕਨਸੈਪਟ ਆਪਾਂ ਬਿਲਡ ਅਪ ਹੋ ਜਾਏਗਾ ਸੋ ਉਸ ਤੋਂ ਬਾਅਦ ਆਪਣੇ ਕੋਲ ਆਂਦਾ ਬੇਟਾ ਜਿਹੜਾ ਫਾਰਮੂਲਾ ਲਾ ਆਫ ਮਾਸ ਐਕਸ਼ਨ ਆ ਜਾਂਦਾ ਹੈ ਸਪੋਜ਼ ਕਰੋ ਨੰਬਰ ਡੈਂਸਿਟੀ ਨੂੰ ਅਗਰ ਆਪਾਂ ਕੀ ਲਿਖ ਦਈਏ ਨੰਬਰ ਡੈਂਸਿਟੀ ਆਫ ਇਲੈਕਟ੍ਰੋਨਸ ਨੂੰ ਅਗਰ ਆਪਾਂ n ਲਿਖ ਲਈਏ ਤਾਂ ਨੰਬਰ ਡੈਂਸਿਟੀ ਆਫ ਹੋਲਸ ਨੂੰ ਅਗਰ ਆਪਾਂ p ਲਿਖ ਲਈਏ ਤਾਂ ਉਹਦੇ ਕੋਰਸਪੋਂਡਿੰਗ ਅਗਰ ਆਪਾਂ ਦੋਨਾਂ ਨੂੰ ਮਲਟੀਪਲਾਈ ਕਰਨ ਦੀ ਗੱਲ ਕਰਦੇ ਹਾਂ ਤਾਂ ਅਲਟੀਮੇਟਲੀ ਆਪਣੇ ਕੋਲ ਜਿਹੜਾ ਰਿਜ਼ਲਟ ਹੈ ਇਸ ਫਾਰਮ ਦੇ ਵਿੱਚ ਆ ਜਾਂਦਾ ਹੈ ਐਂਡ ਇਟ ਇਜ਼ ਇੰਡੀਪੈਂਡੈਂਟ ਆਫ ਦੀ ਫਰਮੀ independent of Fermi level but depends only गलत लिखा हुआ है so from equation we find out at temperature at the given temperature the product is constant c वाला product हमेशा constant रहेगा independent of हाँ माइनस ईजी रहेगा बेटा इट इज इंडिपेंडेंट ऑफ ਤੁਹਾਡੇ ਕੋਲ ਇਹ ਜਿਹੜਾ ਹੈਗਾ ਫਰਮੀ ਲੈਵਲ ਦੇ ਉੱਪਰ ਡਿਪੈਂਡ ਨਹੀਂ ਕਰੇਗਾ ਐਂਡ ਸਿਰਫ ਬੈਂਡ ਗੈਪ ਦੇ ਉੱਪਰ ਹੀ ਡਿਪੈਂਡ ਕਰੇਗਾ ਸੋ ਡਿਪੈਂਡਸ ਓਨਲੀ ਔਨ E of G ਲਿਖਿਆ ਹੋਇਆ ਹੈ ਬੇਟਾ ਤੇ ਇੱਥੇ ਆਪਣੇ ਹੋਰ ਕਰੈਕਸ਼ਨ ਕਰ ਮਾਰਕ ਕਰ ਲਿਓ ਸੋ ਔਨ ਐਡਿੰਗ ਇੰਪਿਉਰਿਟੀ ਟੂ ਦੀ ਸੈਮੀਕੰਡਕਟਰ ਅਗਰ ਆਪਾਂ ਉਹਦੇ ਵਿੱਚ ਇੰਪਿਉਰਿਟੀ ਐਡ ਕਰਦੇ ਹਾਂ ਤਾਂ ਕੀ ਹੋਏਗਾ ਬੇਟਾ ਨੰਬਰ ਡੈਂਸਿਟੀ ਆਫ ਇਲੈਕਟ੍ਰॉन्स ਇਨਕਰੀਜ਼ ਕਰ ਦੇਗੀ ਅਗਰ ਆਪਾਂ ਇੰਪਿਉਰਿਟੀ ਪਾਵਾਂਗੇ ਆਪਣੇ ਸੈਮੀਕੰਡਕਟਰ ਦੇ ਕੇਸ ਵਿੱਚ ਸੋ देयर इज ਕੋਰਸਪੋਂਡਿੰਗ ਡਿਕਰੀਜ਼ ਇਨ ਦੀ p टाइप ऑफ अपने को होल्स घट जाएंगे अगर इलेक्ट्रॉन ਵਧਣਗੇ ਤਾਂ ਉਹਦੇ ਕੋਰਸਪੋਂਡਿੰਗ ਆਪਣੇ ਕੋ ਹੋਲਸ ਘਟ ਜਾਣਗੇ ਸੋ ਅਗਰ ਆਪਣੇ ਕੋ ਹੋਲਸ ਬਣਾਉਣ ਦੀ ਗੱਲ ਕਰਾਂਗੇ ਤਾਂ ਆਪਣੇ ਕੋਲ ਇਲੈਕਟ੍ਰॉन्स ਘਟ ਜਾਣਗੇ ਤਾਂ ਇਦਾਂ ਦਾ ਫੰਡਾ ਹੋਏਗਾ ਅਲਟੀਮੇਟਲੀ ਇਹ ਪ੍ਰੋਡਕਟ ਹਮੇਸ਼ਾ ਕਾਂਸਟੈਂਟ ਰਹਿਣ ਦੀ ਕੋਸ਼ਿਸ਼ ਕਰੇਗਾ ਸੋ ਦੈਟ ਦੀ ਪ੍ਰੋਡਕਟ ਰਿਮੇਨਸ ਕਾਂਸਟੈਂਟ ਇਹ ਤੁਹਾਡੇ ਸਾਹਮਣੇ ਲਿਖਿਆ ਹੋਇਆ ਬੇਟਾ ਔਨ ਦ ਸਕਰੀਨ so thus the equation governs the relative concentration of electrons and holes in a given semiconductor and is called law of mass action ठीक है बेटा ਸੋ ਇਸ ਤਰ੍ਹਾਂ ਦੇ ਕੁਝ ਕਨਸੈਪਟ ਦੱਸੇ ਹੋਏ ਆ ਬੇਟਾ ਇਲੈਕਟ੍ਰੀਕਲ ਕੰਡਕਟਿਵਿਟੀ ਹੋ ਗਿਆ ਇਲੈਕਟ੍ਰੀਕਲ ਕੰਡਕਟਿਵਿਟੀ ਜਿਹੜੀ ਹੈਗੀ ਉਹ ਵੀ ਇਸੇ ਤਰ੍ਹਾਂ ਆਪਣੇ ਕੋਲ ਫੰਡਾ ਜਿਹੜਾ ਆ ਜਾਂਦਾ ਹੈ ਬੇਟਾ ਅੱਜ ਦੀ ਡੇਟ ਦੇ ਵਿੱਚ ਸੋ ਇਲੈਕਟ੍ਰੀਕਲ ਕੰਡਕਟਿਵਿਟੀ ਆਫ ਇੰਟ੍ਰਿੰਸਿਕ ਸੈਮੀਕੰਡਕਟਰ ਦਿੱਤੀ ਹੋਈ ਹੈ Ne μ ਹੁੰਦੀ ਹੈ ਬੇਟਾ for the case of electron n into E into ਜਿਹੜਾ mu ਹੋਏਗਾ for the case of holes ਉਹਦੇ ਕੰਪੈਰੀਜ਼ਨ ਜਿਹੜੇ ਪੈਰਾਂ ਦੇ ਵਿੱਚ ਆਪਾਂ ਸਬਸਕ੍ਰਿਪਟ ਪਾ ਦਿੰਦੇ ਆ that is H ਉਹਦੇ ਕੋਰਸਪੋਂਡਿੰਗ ਆਪਣੇ ਕੋਲ ਰਿਜ਼ਲਟ ਬਣੇਗਾ ਹੁਣ ਆਪਣੇ ਕੋਲ ਇੰਟ੍ਰਿੰਸਿਕ ਸੈਮੀਕੰਡਕਟਰ ਹੈ ਤਾਂ ਨੰਬਰ ਡੈਂਸਿਟੀ ਆਫ ਹੋਲਸ ਐਂਡ ਇਲੈਕਟ੍ਰॉन्स ਆਰ ਸੇਮ ਇਸ ਕਰਕੇ ਆਪਣੇ ਕੋਲ ਸਿਗਮਾ ਜਿਹੜਾ ਇਸ ਰਿਜ਼ਲਟ ਦੇ ਅਕੋਰਡਿੰਗ ਬਣ ਜਾਏਗਾ ਪੁਟਿੰਗ ਦੀ ਵੈਲਿਊ ਆਫ Ni we get sigma is equal to this value so ultimately ਆਪਣੇ ਕੋਲ ਇੰਟ੍ਰਿੰਸਿਕ ਕੰਸੈਂਟ੍ਰੇਸ਼ਨ ਦੇ ਕੋਰਸਪੋਂਡਿੰਗ ਆਪਣਾ ਨੰਬਰ ਡੈਂਸਿਟੀ ਜਿਹੜੀ ਉਹਦੀ ਵੈਲਿਊ ਪੁੱਟ ਕਰਦੇ ਉੱਤੇ m mu of E and mu of H ਪੁੱਟ ਕਰਦੇ ਹੋ ਅਲਟੀਮੇਟਲੀ ਆਪਣੇ ਕੋਲ ਸਿਗਮਾ ਦਾ ਰਿਜ਼ਲਟ ਬਣ ਜਾਏਗਾ ਇਲੈਕਟ੍ਰੀਕਲ ਕੰਡਕਟਿਵਿਟੀ ਦਾ ਉਸ ਤੋਂ ਬਾਅਦ ਆਪਣੇ ਕੋਲ ਮੋਬਿਲਿਟੀ ਹੈ ਮੋਬਿਲਿਟੀ ਆਫ ਹੋਲਸ ਐਂਡ ਮੋਬਿਲਿਟੀ ਆਫ ਇਲੈਕਟ੍ਰॉन्स ਆਰ have a temperature dependence which largely cancels the T3 half temperature variation in the term ਹੁਣ ਆਪਣੇ ਕੋਲ ਕੀ ਹੈ ਬੇਟਾ ਸਿਗਮਾ ਜਿਹੜੀ ਹੈ ਸਿਗਮਾ ਦੇ ਕੋਰਸਪੋਂਡਿੰਗ ਆਪਣੇ ਕੋਲ ਦੋ ਤਰ੍ਹਾਂ ਦੇ ਟੈਂਪਰੇਚਰ ਡਿਪੈਂਡੈਂਸ ਹੈ ਇੱਕ ਆਪਣੇ ਕੋਲ ਇਹਦੇ ਟੈਂਪਰੇਚਰ ਦੇ ਕੋਰਸਪੋਂਡਿੰਗ T ਦੇ ਬਾਅਦ 3/2 ਆਏਗੀ ਉਸ ਤੋਂ ਬਾਅਦ ਇੱਕ ਹੋਰ ਟੈਂਪਰੇਚਰ ਡਿਪੈਂਡੈਂਸ ਆ ਜਾਂਦੀ ਹੈ ਜਿਹਦੀ ਕਿ ਆਪਣੇ ਕੋਲ ਮਿਊ ਦੇ ਕੋਰਸਪੋਂਡਿੰਗ ਮੋਬਿਲਿਟੀ ਦੇ ਕੋਰਸਪੋਂਡਿੰਗ ਹੁੰਦੀ ਹੈ ਜਿਹੜੀ ਕਿ ਇੱਕ ਦੂਸਰੇ ਨੂੰ ਕੈਨਸਲ ਆਊਟ ਕਰ ਦਿੰਦੇ ਆ ठीक है जी so ultimately the conductivity is dominated by the exponential term minus Eg by 2kT and we can rewrite this thing in the form sigma is equal to a constant factor multiplied by the exponential minus Eg by 2kT ਦੇ ਬਰਾਬਰ ਹੋ ਜਾਏਗਾ ਉਸ ਤੋਂ ਬਾਅਦ ਕੀ ਹੋ ਗਿਆ ਬੇਟਾ ਰੈਜ਼ਿਸਟਿਵਿਟੀ ਜਿਹੜੀ ਹੈ ਉਹ ਕੀ ਹੋ ਜਾਏਗੀ 1 by ਕੰਡਕਟਿਵਿਟੀ ਹੋ ਜਾਏਗੀ ਤੁਹਾਡੀ ठीक है जी इनवर्स ले लो इधर अल्टीमेटली कांस्टेंट ही रहेगा इनटू मल्टीप्लाइड बाय द एक्सपोनेंशियल पार्ट Eg बेटा माइनस वाला फैक्टर सी तो डिनोमिनेटर तो न्यूमरेटर जाएगा अपने को अल्टीमेटली एक्सपोनेंशियल ऑफ मैं Eg by 2kT के बराबर आ जाएगा सो log of rho is equal to log of constant प्लस अगर आप बोथ साइड log ले लिए तो ਉਹਦੇ ਕੋਰਸਪੋਂਡਿੰਗ ਕੀ ਹੋ ਜਾਏਗਾ ਬਿਕੋਜ਼ ਐਕਸਪੋਨੈਂਸ਼ੀਅਲ ਫੈਕਟਰ ਹੈ ਆਪਾਂ ਲੀਨੀਅਰਾਈਜ਼ ਕਰਨ ਦੀ ਕੋਸ਼ਿਸ਼ ਕਰਾਂਗੇ so log of rho is equal to log of constant plus Eg by 2kT हो जाएगा बिकॉज एक्सपोनेंशियल के लॉग ਜਿਹੜੇ ਹੋਣਗੇ कैंसिल हो जाएंगे सो अगर आप दिस इज इक्वेशन ऑफ y is equal to m into x plus c so अगर 1 by t and log of rho ਦਾ ਗ੍ਰਾਫ ਪਲਾਟ ਕਰੋਗੇ ਤਾਂ ਸਲੋਪ ਦੇ ਤੌਰ ਤੇ ਤੁਹਾਨੂੰ Eg by 2k ਆਨਸਰ ਮੇਰੇ ਵਿੱਚ ਮਿਲੇਗਾ ਜੀ ਟੂ ਬੀ ਸਟ੍ਰੇਟ ਲਾਈਨ so this is equation of straight line where y is equal to mx plus c so ये की हो गया ਤੁਹਾਡਾ slope की हो गया Eg by 2k m multiplied by x की हो गया 1 by t and slope constant की हो गया log of constant ये भी ऑटोमेटिकली ਤੁਹਾਡਾ एक constant वैल्यू ही देगा
ਉਸ ਤੋਂ ਬਾਅਦ ਆ ਜਾਂਦਾ ਬੇਟਾ impurity or intrinsic semiconductor ਆ ਜਾਂਦੇ by applying on heat or light the electrons and holes can be generated inside intrinsic semiconductor but intrinsic semiconductor has little current conduction capability ਮਤਲਬ ਕੀ ਹੈ ਅਗਰ ਆਪਾਂ ਚਾਹੇ ਥੋੜਾ ਬਹੁਤਾ ਥਰਮਲ ਐਨਰਜੀ ਦੇ ਨਾਲ ਇਲੈਕਟ੍ਰੋਨਿਕ ਅਗਰ ਆਪਾਂ ਉਹਦੇ ਵਿੱਚ ਇਲੈਕਟ੍ਰੋਨ ਹੋਲ ਵੀ ਜਨਰੇਟ ਕਰ ਵੀ ਦਈਏ ਲੇਕਿਨ ਉਹ ਸਫੀਸ਼ੀਐਂਟ ਨਹੀਂ ਹੋਣਗੇ ਅਗਰ ਕੋਈ ਆਪਾਂ ਫੀਨੋਮੀਨਾ ਕਰਾਉਣਾ ਚਾਹੁੰਦੇ ਜਾਂ ਸਫੀਸ਼ੀਐਂਟਲੀ ਲਾਰਜ ਅਮਾਉਂਟ ਆਫ ਕਰੰਟ ਆਪਾਂ ਪਾਸ ਕਰਾਉਣਾ ਚਾਹੁੰਦੇ ਉਹ ਪੋਸੀਬਲ ਨਹੀਂ ਹੋਏਗਾ ਇਸ ਕੇਸ ਵਿੱਚ to make it useful in electronic devices, the electrical properties of pure semiconductor are altered by some means so as that increases conductivity. So ਇਸ ਤੋਂ ਪਹਿਲਾਂ ਸੌਖਾ ਤਰੀਕਾ ਇਸ ਦੀ ਕੰਡਕਟਿਵਿਟੀ ਬਣਾਉਣ ਦਾ ਕੀ ਹੈ ਬੇਟਾ impurity ਐਡ ਕਰਨਾ ਜਾਂ ਇਹਨੂੰ ਡੋਪਿੰਗ ਕਰਨਾ। ਇਹਨੂੰ ਡੋਪਿੰਗ ਕਰਨਾ ਵੀ ਕਹਿੰਦੇ ਆ ਤੁਸੀਂ ਕਿਸੇ ਐਲੀਮੈਂਟ ਦੇ ਵਿੱਚ ਕਿਸੇ ਕੋਈ ਦੂਸਰਾ ਐਲੀਮੈਂਟ ਪਾ ਦਿਓ ਜਿਹਦੀਆਂ ਪ੍ਰੋਪਰਟੀਜ਼ ਉਹ ਤੋਂ ਡਿਫਰੈਂਟ ਨੇ ਉਹਨੂੰ ਆਪਾਂ ਡੋਪਿੰਗ ਕਿਹਾ ਜਾਂਦਾ ਹੈ। So process of adding impurity is called doping. So impurity is is added either to increase the number of electrons or the number of holes in the semiconductor. ज़्यादा पर number of electrons बतावांगे या फिर अपन holes बतावांगे. So okay, so the impurities which are added are elements belonging to third and fifth group of the periodic table. ਹੁਣ ਆਪਣੇ ਕੋਲ ਕੀ ਹੈ ਮੇਰਾ basic semiconductor ਆਪਣੇ ਕੋਲ ਕਿਹੜੇ silicon and germanium ਇਸ group ਨੂੰ belong ਕਰਦੇ that is fourth group. ਇਹਦੇ ਵਿੱਚ ਕਿਹੜੀ impurity ਪਾਵਾਂਗੇ ਜਾਂ ਤਾਂ ਆਪਾਂ ਪੈਂਟਾਵੈਲੈਂਟ ਪਾਲਾਂਗੇ ਜਿਵੇਂ ਮਤਲਬ ਜਿਹਦੇ ਵਿੱਚ ਇੱਕ ਇਲੈਕਟ੍ਰੋਨ ਐਕਸਟਰਾ ਹੋਵੇ ਜਾਂ ਇੱਕ ਵਾਰੀ ਜਿਹਦੇ ਉਸ ਨੂੰ ਪਾਵਾਂਗੇ ਜਿਹਦੇ ਵਿੱਚ ਇੱਕ ਇਲੈਕਟ੍ਰੋਨ ਘੱਟ ਹੋਵੇ ਜਸਟ ਲਾਈਕ 3 ਸੋ ਆਪਣੇ ਕੋਲ ਥਰਡ ਗਰੁੱਪ ਹੋ ਗਿਆ ਉਹਦੇ ਵਿੱਚ ਇੱਕ ਇਲੈਕਟ੍ਰੋਨ ਘੱਟ ਹੋਵੇਗਾ ਬਿਕਾਜ਼ ਜਿਹੜਾ ਸਿਲੀਕਨ ਜਰਮੇਨੀਅਮ ਇਹਨਾਂ ਵਿੱਚ 4 ਇਲੈਕਟ੍ਰੋਨ ਐਗਜ਼ਿਸਟ ਕਰਦੇ ਤੁਸੀਂ 4 ਬੌਂਡ ਬਣਾ ਸਕਦੇ ਹੋ ਅਗਰ ਆਪਾਂ ਇਲੈਕਟ੍ਰੋਨ ਤੇ ਹੋਰ ਜਨਰੇਟ ਕਰਨ ਦੀ ਗੱਲ ਕਰੀਏ ਤਾਂ ਐਕਸਟਰਾ ਤਾਂ ਕੀ ਹੋਏਗਾ ਜਾਂ ਤਾਂ ਆਪਾਂ ਬੋਰੋਨ ਪਾ ਦਈਏ ਜਿਹਦੇ ਵਿੱਚ 3 ਇਲੈਕਟ੍ਰੋਨ ਨੇ ਮਤਲਬ ਆਟੋਮੈਟਿਕਲੀ ਹੋਲਸ ਕ੍ਰੀਏਟ ਹੋ ਜਾਣ ਡੈਫੀਸ਼ੀਐਂਸੀ ਬਣ ਜੇ ਉੱਤੇ ਜਾਂ ਫਿਰ ਆਪਾਂ ਕੀ ਕਰੀਏ ਪੈਂਟਾਵੈਲੈਂਟ ਆਪਾਂ ਆਪਣੇ ਕੋਲ ਕੀ ਹੈ ਫਿਫਥ ਗਰੁੱਪ ਦਾ ਐਲੀਮੈਂਟਸ ਪਾ ਦਈਏ ਜਿਹਦੇ ਵਿੱਚ ਕੀ ਹੈ ਇੱਕ ਇਲੈਕਟ੍ਰੋਨ ਐਕਸਟਰਾ ਆਟੋਮੈਟਿਕਲੀ ਹੋ ਜਾਏ ਸੋ ਦੈਟ ਵੀ ਕੈਨ ਹੈਵ a large number of electrons available for the conduction of current. So they are commonly so ਜਿਹੜਾ third group ਹੈ boron ਹੈਗਾ aluminium ਹੈ indium ਉਸ ਤੋਂ ਬਾਅਦ aluminium ਹੋ ਗਿਆ from the third group phosphorus antimony arsenic from the fifth group. So ਆਪਣੇ ਕੋਲ ਦੋ ਤਰ੍ਹਾਂ ਦੇ ਇਹਦੇ ਵਿੱਚ ਕੇਸ ਵਿੱਚ semiconductor ਬਣਨਗੇ one will be called n type semiconductor and second one will be called p type semiconductor. So the amount of impurity added in the semiconductor material is very small. Say 1 in 1 million of atoms or something like that. So there is no structural changes in the semiconductor and but the conductivity of the material is largely affected by this doping. तो जितनी ज़्यादा जिस तरह की डोपिंग करोगे उसके कॉरस्पॉन्डिंग थोड़े एनर्जी लेवल ऑटोमेटिकली मॉडिफाई हो जाएंगे एंड ਤੁਹਾਡੇ ਕੋਲ ਇਲੈਕਟ੍ਰੋਨ ਹੋਲ ਦੀ ਕੰਡਕਸ਼ਨ ਵਿੱਚ ਫਰਕ ਜ਼ਰੂਰ ਪਏਗਾ। So donors or n type semiconductor ਕਿਹੜੇ ਕਿਹੜੇ ਹੋਣਗੇ n type semiconductor ਹੋਣਗੇ ਜਿਹੜੇ ਜਿਹਦੇ ਵਿੱਚ ਕੀ ਹੈ ਜਿਸ ਤਰ੍ਹਾਂ ਸਿਲੀਕਨ ਹੈ ਜਰਮੇਨੀਅਮ ਉਹਦੇ ਵਿੱਚ ਫਿਫਥ ਗਰੁੱਪ ਦੀ ਇੰਪਿਉਰਿਟੀ ਆਪਾਂ ਐਡ ਕਰ ਦਿੰਦੇ ਹਾਂ। ਸੋ ਫਿਫਥ ਗਰੁੱਪ ਆਫ ਪੀਰੀਓਡਿਕ ਟੇਬਲ ਲਿਖਿਆ ਹੈ ਬੇਟਾ ਔਨ ਦੀ ਸਕਰੀਨ ਟੇਬਲ ਦੇ ਵਿੱਚ ਕੀ ਹੈ ਆਰਸੈਨਿਕ ਹੋ ਗਿਆ ਐਂਟੀਮਨੀ ਹੋ ਗਿਆ ਬਿਸਮਥ ਹੋ ਗਿਆ is added to the high purity germanium or silicon at the time of crystal growing. The semiconductor is allowed to crystalline so that the lattice remains intact. So lattice ਨੂੰ ਆਪਾਂ ਡਿਸਟਰਬ ਨਹੀਂ ਕਰਦੇ ਸਿਲੀਕਨ ਔਰ ਜਰਮੇਨੀਅਮ ਦਾ ਬਸ ਇਹਦੇ ਵਿੱਚ ਇੰਪਿਉਰਿਟੀ ਨੂੰ ਡਿਫਿਊਜ਼ ਕਰਵਾਇਆ ਜਾਂਦਾ ਹੈ। Since each atom of the impurity has got 5 मतलब क्योंकि अपने को ਜਿਹੜਾ ਫਿਫਥ ਗਰੁੱਪ ਹੈ ਉਹਦੇ ਵਿੱਚ 5 ਇਲੈਕਟ੍ਰੋਨ ਅਵੇਲੇਬਲ ਹੁੰਦੇ ਹੈ ਵੈਲੈਂਸ ਸ਼ੈਲ ਦੇ ਵਿੱਚ ਸੋ ਦੈਟ 1 ਇਲੈਕਟ੍ਰੋਨ ਹੁਣ ਆਪਣੇ ਕੋਲ ਕੀ ਹੈ ਸਿਲੀਕਨ ਕਿੰਨੇ ਬਾਈਂਡ ਕਰ ਸਕਦਾ ਹੈ ਇਟ ਕੈਨ ਕੰਬਾਈਨਡ ਓਨਲੀ 4 ਇਲੈਕਟ੍ਰੋਨਸ ਬਿਕਾਜ਼ ਇਹਦੀ ਜਿਹੜੀ ਲਾਸਟ ਵੈਲੈਂਸ ਇਲੈਕਟ੍ਰੋਨਸ ਹੈ ਦਿਸ ਦੈਟ ਦੋਜ਼ ਆਰ 4 ਇਸ ਕਰਕੇ ਇੱਕ ਇਲੈਕਟ੍ਰੋਨ ਆਪਣੇ ਕੋਲ ਸਪੇਅਰ ਬਚ ਜਾਏਗਾ। ठीक है though the extra electron does not get placed in the covalent bond structure yet it is not completely detached from the impurity atom itself. ਜਿਹੜਾ ਐਕਸਟਰਾ ਇਲੈਕਟ੍ਰੋਨ ਹੈ ਜਿਹੜਾ ਐਕਸਟਰਾ ਇਲੈਕਟ੍ਰੋਨ ਹੈ ਬੇਟਾ ਉਹ ਕਦੇ ਵੀ ਇੰਡੀਪੈਂਡੈਂਟ ਬਿਹੇਵ ਨਹੀਂ ਕਰੇਗਾ ਉਹ ਹਮੇਸ਼ਾ ਮੋਸਟਲੀ ਕੀ ਐਟਮ ਦੇ ਨਾਲ ਅਟੈਚ ਹੀ ਰਹੇਗਾ तो एक चेन ਦਾ ਪਾਰਟ ਬਣ ਜਾਏਗਾ some energy is required for this electron to completely detach from the attractive forces of positive nucleus of the impurity atom. तो ਇਹਨੂੰ ਕੀ ਹੈ ਇਲੈਕਟ੍ਰੋਨ ਨੂੰ ਬਾਹਰ ਕੱਢਣ ਲਈ ਆਪਣੀ ਐਫਰਟ ਕਰਨੀ ਪਏਗੀ ਕਾਲ ਦੀ ਆਇਓਨਾਈਜੇਸ਼ਨ એનર્ਜੀ। ਸੋ ਆਇਓਨਾਈਜੇਸ਼ਨ એનર્ਜੀ ਇਹੀ ਹੁੰਦੀ ਹੈ ਇਲੈਕਟ੍ਰੋਨ ਨੂੰ ਆਪਣੇ ਨਿਊਕਲੀਅਸ ਦੇ ਇਫੈਕਟ ਤੋਂ ਪਲੱਗ ਆਊਟ ਕਰ ਦਿੰਦਾ। ਜਰਮੇਨੀਅਮ ਦੇ ਕੇਸ ਵਿੱਚ ਕੀ ਹੈ ਬੇਟਾ जर्मेनियम ਤੁਹਾਡਾ fourth group element है ionization energy of arsenic antimony and bismuth atom is approximately 1 electron volt and in silicon ionization of impurities like arsenic and antimony and phosphorus are 0.045 0.039 and 0.049 respectively। एक मिनट बेटा प्लीज होल्ड करिए। हाँ जी so in germanium the ionization energy okay ਇਹਦੇ ਵਾਲੇ ਗੱਲਾਂ ਹੋ ਗਈਆਂ ਠੀਕ ਹੈ ਜੀ। impurity atom ion which has the charge of plus 5q rather than plus 4q represents a localized immobilized positive charge. This situation is illustrated in figure।
It may be noted that by giving away its one electron. So ਇਹਦੇ ਵਿੱਚ ਆਪਣੇ ਕੋਲ ਦਿੱਤਾ ਹੋਇਆ ਬੇਟਾ ਇੱਕ ਆਪਣੇ ਕੋਲ ਐਕਸਟਰਾ ਇਲੈਕਟ੍ਰੋਨ ਇਹਦੇ ਵਿੱਚ ਦਿੱਤਾ ਹੋ ਜਾਏਗਾ ਕੋਰ ਆਫ ਆਰਸੈਨਿਕ ਐਟਮ ਆਪਣੇ ਕੋਲ ਅਵੇਲੇਬਲ ਹੈਗਾ ਸਿਲੀਕਨ ਕੀ ਕਰੇਗਾ ਟੈਟਰਾਵੈਲੈਂਟ ਹੈ ਇਸ ਕੇਸ ਵਿੱਚ 4 ਇਲੈਕਟ੍ਰੋਨ ਅਵੇਲੇਬਲ ਹੈ 4 ਇਲੈਕਟ੍ਰੋਨ ਆਸੇ ਪਾਸੇ ਬੌਂਡ ਬਣਾ ਲੈਣਗੇ ਐਂਡ ਜਿਹੜਾ ਫਿਫਥ ਜਿਹੜਾ ਆਪਣੇ ਕੋਲ ਪੈਂਟਾਵੈਲੈਂਟ ਐਟਮ ਹੈਗਾ ਅਗਰ ਕੋਈ ਐਕਸਟਰਾ ਆਪਣੇ ਕੋਲ ਇਲੈਕਟ੍ਰੋਨ ਕ੍ਰੀਏਟ ਹੋ ਰਿਹਾ ਹੈ ਤਾਂ ਉਹ ਸਾਰੇ ਦੇ ਸਾਰੇ ਇਨ ਬਿਟਵੀਨ ਉਹਦੇ ਵਿੱਚ ਪਾਇਆ ਰਹੇਗਾ ਸੋ ਇਹਨੂੰ ਕਹਾਂਗੇ ਆਪਾਂ ਡੋਨਰ ਐਟਮ ਸੋ So it may be noted giving away its one valence electron. The donor atom itself is positively charged. ਜਿਹੜਾ donor atom ਸੀਗਾ ਬੇਟਾ ਫਾਸਫੋਰਸ ਦਾ ਸਪੋਜ਼ ਕਰ ਲਓ ਉਹਦੇ ਵਿੱਚ ਕੀ ਸੀਗਾ ਅਗਰ ਪਹਿਲਾਂ ਨਿਊਟਰਲ ਸੀਗਾ ਹੁਣ ਉਹਨੇ ਆਪਣਾ ਕੀ ਕੀਤਾ ਅਗਰ ਇਹ ਵਾਲਾ ਇਲੈਕਟ੍ਰੋਨ ਜਿਹੜਾ ਹੈ ਅਗਰ ਆਪਣੀ origignal position ਨੂੰ ਡਿਟੈਚ ਹੋ ਜਾਂਦਾ ਹੈ ਐਟਮ ਨੂੰ ਛੱਡ ਦਿੰਦਾ ਤਾਂ ਅਲਟੀਮੇਟਲੀ ਕੀ ਹੋ ਗਿਆ ਪਹਿਲਾਂ ਨਿਊਟਰਲ ਸੀ ਹੁਣ ਇਹਦੇ ਵਿੱਚ ਇੱਕ ਇਲੈਕਟ੍ਰੋਨਿਕ ਚਾਰਜ ਨੈਗੇਟਿਵ ਵਾਲਾ ਘਟ ਗਿਆ ਤਾਂ ਅਲਟੀਮੇਟਲੀ ਕੀ ਹੋ ਜਾਏਗਾ it will become positively charged ion but it cannot take part in the conduction because it is not free ये वाला की हो जाएगा +5 का चार्ज है ये अल्टीमेटली की होएगा ये ऑब्जेक्ट पे अपनी जगह पे बैठा रहेगा बिकॉज ये फ्री नहीं है सिर्फ जो इलेक्ट्रॉन है एक मिनट बेटा जूम क्रैश होने करके प्रॉब्लम आ जाती कभी कभी ये मिस सेकंड हाँ जी बेटा सो ਜਿਹੜਾ ਐਕਸਟਰਾ ਇਲੈਕਟ੍ਰੋਨ ਆਪਣੇ ਕੋਲ ਬਚੇਗਾ ਉਹ ਇਟ ਵਿਲ ਬੀ ਅ ਪਾਰਟ ਆਫ ਦੀ ਕੰਡਕਸ਼ਨ ਬੈਂਡ ਦੇ ਨੇੜੇ ਤੇ ਐਗਜ਼ਿਸਟ ਕਰੇਗਾ ਸੋ ਡੋਨਰ ਲੈਵਲ ਜਿਹੜੇ ਹੈ ਅਗਰ ਆਪਾਂ ਇਹਦੀ ਡਾਇਗਰਾਮ ਬਣਾਈਏ ਵੈਲੈਂਸ ਬੈਂਡ ਦੇ ਵਿੱਚ ਕੀ ਹੋਣਗੇ ਬੇਟਾ ਹੋਲਸ ਹੋਣਗੇ ਕੰਡਕਸ਼ਨ ਬੈਂਡ ਦੇ ਵਿੱਚ ਇਲੈਕਟ੍ਰੋਨਸ ਹੋਣਗੇ ਐਂਡ ਜਿਹੜੇ ਡੋਨਰ ਲੈਵਲ ਹੋਣਗੇ ਦੇ ਵਿਲ ਬੀ ਲਾਈਂਗ very much close to the conduction band because electron ही conduct electricity current ਨੂੰ conduct ਕਰਵਾਣਗੇ and they will be lying so ਇਸ ਕੇਸ ਵਿੱਚ ਫਰਮੀ ਲੈਵਲ ਜਿਹੜਾ ਹੈ ਉਹ very much close to the conduction band लाई करेगा ठीक है जी सो इस तरह का कांसेप्ट अपने को डिस्कस होएगा तो सिमिलरली इस केस ਦੇ ਵਿੱਚ ਆਪਣੇ ਕੋਲ ਕੀ ਹੈ एक्सेप्टर टाइप ਜਿਹੜੀ इंप्योरिटीज है p टाइप इंप्योरिटीज है ਉਸ ਕੇਸ ਵਿੱਚ ਕੀ ਆ ਜਾਣਗੇ बोरोन एल्यूमिनियम गैलियम इंडियम थैलियम वो ਸਾਰੀਆਂ ਇੰਪਿਉਰਿਟੀ ਜਦੋਂ ਜਿਹਦੇ ਵਿੱਚ ਕੀ ਹੋ ਜਾਏਗਾ ਇੱਕ ਹੋਲ ਆਪਣੇ ਕੋਲ ਆਟੋਮੈਟਿਕਲੀ ਕ੍ਰੀਏਟ ਹੋ ਜਾਏਗਾ ਬਿਕੋਜ਼ ਆਪਣੇ ਕੋਲ ਇਹਦੇ ਵਿੱਚ ਕੀ ਹੈ ਟੈਟਰਾਵੈਲੈਂਟ ਹੈ ਇਹ ਟ੍ਰਾਈਵੈਲੈਂਟ ਹੈ ਇਹਦੇ ਵਿੱਚ ਜਿਹੜਾ ਟ੍ਰਾਈਵੈਲੈਂਟ ਹੈ ਸਿਰਫ ਤੇ ਸਿਰਫ 3 ਬੌਂਡ ਬਣਾ ਸਕਦਾ ਚੌਥਾ ਖਾਲੀ ਰਹਿ ਜਾਏਗਾ ਸੋ ਇੱਥੇ ਇਲੈਕਟ੍ਰੋਨ ਜਿਹੜਾ ਇਲੈਕਟ੍ਰੋਨ ਨਹੀਂ ਹੋਏਗਾ ਹੋਲ ਹੋਏਗਾ so electron can migrate from this position to that position so that electron ਕੀ ਹੋ ਜਾਏਗਾ ਆਪਣਾ ਜਿਹੜਾ ਹੋਲ ਹੈ ਹੋਲ ਮਾਈਗ੍ਰੇਟ ਕਰਦਾ ਰਹੇਗਾ ਪਹਿਲਾਂ ਇੱਧਰ ਚਲਾ ਗਿਆ ਫਿਰ ਉਸ ਤੋਂ ਬਾਅਦ ਇੱਧਰ ਚਲਾ ਗਿਆ ਇੱਧਰ ਚਲਾ ਗਿਆ ਐਂਡ ਇਸ ਤਰ੍ਹਾਂ ਕਰਦੇ ਕਰੰਟ ਨੂੰ ਕੰਡਕਟ ਕਰਵਾਉਣਾ ਸਟਾਰਟ ਕਰ ਦੇਗਾ ਸੋ ਤਾਂ ਆਪਣੇ ਕੋਲ ਕੀ ਜਿਹੜੀ ਕੀਤੀ ਆਪਣਾ ਬੈਂਡ ਡਾਇਗਰਾਮ ਬਣਾਈਏ ਤਾਂ ਆਪਣੇ ਕੋਲ ਕੀ ਹੋ ਜਾਏਗਾ ਬੈਲੈਂਸ ਬੈਂਡ ਕੰਡਕਸ਼ਨ ਬੈਂਡ ਹੋਲਸ ਹੋ ਗਿਆ ਉੱਪਰ ਆਪਣੇ ਕੋਲ ਇਲੈਕਟ੍ਰੋਨਸ ਹੋ ਗਏ ਐਂਡ ਅਲਟੀਮੇਟਲੀ ਇਨ ਬਿਟਵੀਨ ਕੀ ਹੋ ਜਾਏਗਾ ਆਪਣੇ ਕੋਲ ਇੱਕ ਸੈਕਟਰ ਲੈਵਲ ਹੋ ਗਿਆ ਜਿੱਥੇ ਕਿ ਆਪਣੇ ਕੋਲ ਅਲਟੀਮੇਟਲੀ ਇਲੈਕਟ੍ਰੋਨ ਜਿਹੜੇ ਆਪਣੇ ਕੋਲ ट्राइवेलेंट ਜਿਹੜੇ ਐਟਮਸ ਹੈ ਉਹ ਜਿਹੜੇ ਹੋਲਸ ਉੱਥੇ ਪੈ ਰਹਿਣਗੇ ਠੀਕ ਹੈ ਜੀ ਫਰਮੀ ਲੈਵਲ ਇਟ ਵਿਲ ਬੀ ਲਾਈਂਗ ਵੈਰੀ ਕਲੋਜ਼ ਟੂ ਦੀ ਬੈਲੈਂਸ ਬੈਂਡ ਇਸ ਤਰ੍ਹਾਂ ਦਾ ਕਨਸੈਪਟ ਆਏਗਾ ਠੀਕ ਹੈ ਜੀ ਸੋ ਇਦਾਂ ਦੀ ਚੀਜ਼ਾਂ ਆਪਣੇ ਕੋਲ ਦਿੱਤੀਆਂ ਹੋਣਗੀਆਂ ਐਕਸੈਪਟਰ ਲੈਵਲ ਦਿੱਤਾ ਹੋਇਆ ਫਰਮੀ ਲੈਵਲ ਦਿੱਤੇ ਹੋਏ ਆ ਸੋ ਇਹ ਚੀਜ਼ਾਂ ਧਿਆਨ ਦੇ ਵਿੱਚ ਰੱਖਣੀਆਂ ਪੇਪਰ 'ਚ ਪੁੱਛੀਆਂ ਜਾਂਦੀਆਂ ਬੇਟਾ ਕਿ ਫਰਮੀ ਲੈਵਲ ਕਿਸ ਤਰ੍ਹਾਂ ਹੈਂਡਲ ਹੋਏਗਾ ਐਂਡ ਫਿਰ ਫਰਮੀ ਲੈਵਲ ਜਿਹੜਾ ਪੀ ਟਾਈਪ ਸੈਮੀਕੰਡਕਟਰ ਦੇ ਕੇਸ ਵਿੱਚ ਕਿਸ ਤਰ੍ਹਾਂ ਦਾ ਆਏਗਾ ਐਨ ਟਾਈਪ ਸੈਮੀਕੰਡਕਟਰ ਦੇ ਕੇਸ ਵਿੱਚ ਕਿਸ ਤਰ੍ਹਾਂ ਆਏਗਾ तो ये सारे चीਜ਼ਾਂ ਤੁਸੀਂ ਡਿਸਕਸ ਕਰਨੀਆਂ ਸੋ ਅੱਜ ਦੇ ਲੈਕਚਰ ਦੇ ਵਿੱਚ ਇੰਨਾ ਹੀ ਬਹੁਤ ਹੈ ਬੇਟਾ ਬਾਕੀ ਚੀਜ਼ਾਂ ਆਪਾਂ ਨੈਕਸਟ ਟਾਈਮ ਡਿਸਕਸ ਕਰਾਂਗੇ ਅਗਰ ਕੋਈ ਡਾਊਟਸ ਹੈ ਜਾਂ ਕੁਐਸਚਨ ਹੈ ਤਾਂ ਦੱਸੋ